ਨਵੇਂ ਲਾਇਸੈਂਸ ਨਿਯਮਾਂ ਤਹਿਤ ਸਿਟੀ ਆਫ ਬਰੈਂਪਟਨ ਵੱਲੋਂ 5 ਵਾਰਡਸ 1, 3, 4, 5 ਅਤੇ 7 ਵਾਰਡ ਵਿੱਚ 2 ਸਾਲ ਦੇ ਰਿਹਾਇਸ਼ੀ ਰੈਂਟਲ ਲਾਇਸੈਂਸਿੰਗ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ 1 ਜਨਵਰੀ ਤੋਂ ਕੀਤੀ ਗਈ ਹੈ। ਪਿਛਲੇ ਹਫਤੇ ਸਾਡੇ ਨਾਲ ਇੰਟਰਵਿਊ ਦੌਰਾਨ ਰੀਜਨਲ ਕਾਉਂਸਲਰ ਪੌਲ ਵਿਸੈਂਟੀ ਨੇ ਕਿਹਾ ਸੀ ਕਿ ਇਹ ਗੈਰ ਕਾਨੂੰਨੀ ਰੈਂਟਲ ਯੂਨਿਟਸ ਨੂੰ ਰੋਕਣ ਲਈ ਇੱਕ ਸਾਰਥਕ ਕਦਮ ਹੈ। ਬਰੈਂਪਟਨ ਦੇ ਵਸਨੀਕਾਂ ਵੱਲੋਂ ਇਸ ਪ੍ਰੋਜੈਕਟ ਖਿਲਾਫ ਇੱਕ ਆਨਲਾਈਨ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤੇ 5000 ਦੇ ਨਜ਼ਦੀਕ ਦਸਤਖਤ ਹੋ ਚੁੱਕੇ ਨੇ। ਇਹਨਾਂ ਪਟੀਸ਼ਨਕਾਰੀਆਂ ਮੁਤਾਬਿਕ ਇਸ ਕਾਰਨ ਸ਼ਹਿਰ ਵੱਲੋਂ ਉਹਨਾਂ ਦੀ ਵੈਬਸਾਈਟ ਤੇ ਰੈਂਟਲ ਲਾਇਸੈਂਸ ਨਾਲ ਸੰਬੰਧਿਤ ਕੁਝ ਬਦਲਾਅ ਵੀ ਦਰਜ ਕੀਤੇ ਗਏ ਨੇ। ਮਿਸਾਲ ਦੇ ਤੌਰ ਤੇ ਪਹਿਲਾਂ ਲਿਖਿਆ ਗਿਆ ਸੀ ਕਿ ਲਾਇਸੈਂਸ ਲੈਣ ਲਈ ਮਕਾਨ ਮਾਲਿਕ ਨੂੰ ਕ੍ਰਿਮੀਨਲ ਚੈੱਕ ਹੋਏਗਾ ਅਤੇ ਜੁਰਮਾਨਿਆਂ ਦੀ ਰਾਸ਼ੀ ਵੀ ਦਰਜ ਕੀਤੀ ਹੋਈ ਸੀ, ਜੋ ਕਿ ਹਟਾ ਦਿੱਤੀ ਗਈ ਹੈ। ਪਟੀਸ਼ਨਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵੱਲੋਂ ਇਹ ਪ੍ਰੋਜੈਕਟ ਜਲਦਬਾਜ਼ੀ ਵਿੱਚ ਅਤੇ ਬਿਨਾਂ ਤਿਆਰੀ ਦੇ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਵਿੱਚ ਬਣਦਾ ਜਨਤਕ ਮਸ਼ਵਰਾ नहीं किया गया। और पब्लिक कंसल्टेशन भी जो है ना वो इंटेंसिव होनी चाहिए कि आपको हर वार्ड में जाना चाहिए, हर वार्ड में सिटी टाउन हॉल करे, हर रेजिडेंट को एक फॉर्म भेजे, परफॉर्मा भेजे कि वी आर इम्प्लीमेंटिंग दिस वन, व्हाट इज योर ओपिनियन? ओवर क्राउडिंग पे सिटी के पास कोई ऐसा लॉ नहीं है कि वो टेनेंट्स को रिमूव कर सके। से दे फाइंड 25 पीपल देयर, सो they can't do anything about it because LTB has a right to remove them. So the landlord को apply करना होएगा LTB के साथ, फिर उसमें 1 year वेट टाइम है, फिर बेलफ का 6 वीक्स डाल लें, 6 to 8 वीक्स, तो ये पूरा टाइम लगेगा टू रिमूव दोज पीपल फ्रॉम द प्रॉपर्टी। सो सिटी के पास ऐसी कोई चीज़ नहीं, सो हाउ सिटी इज़ गोइंग टू कंट्रोल दैट? ਬਰੈਂਪਟਨ ਵਸਨੀਕਾਂ ਦੇ ਇਸ ਗਰੁੱਪ ਮੁਤਾਬਿਕ ਇਸ ਪ੍ਰੋਜੈਕਟ ਦਾ ਫਾਇਦਾ ਨਾ ਮਾਤਰ ਹੈ ਤੇ ਨੁਕਸਾਨ ਜ਼ਿਆਦਾ ਨੇ, ਅਤੇ ਇਹ ਕਿ ਲਾਇਸੈਂਸ ਦੀ ਫੀਸ ਤੋਂ ਇਲਾਵਾ ਵੀ ਲਗਾਤਾਰ ਕਈ ਤਰ੍ਹਾਂ ਦੀਆਂ ਇਨਸਪੈਕਸ਼ਨਸ ਦਾ ਭਾਰ ਮਕਾਨ ਮਾਲਿਕਾਂ ਤੇ ਪਏਗਾ ਤੇ ਉਸ ਦੇ ਖਰਚੇ ਦੀ ਭਰਪਾਈ ਕਰਨ ਲਈ ਜਾਂ ਤਾਂ ਕਿਰਾਇਆ ਹੋਰ ਵਧੇਗਾ ਜਾਂ ਮਕਾਨ ਮਾਲਿਕਾਂ ਕੋਲ ਜ਼ਿਆਦਾ ਵਿਕਲਪ ਨਹੀਂ ਹੋਣਗੇ। जैसे कोई भी ट्रेड है वो फ्री में काम नहीं करेगी। अगर आपको इलेक्ट्रिकल सर्टिफिकेट्स लेना उसकी भी फ़ीस है, अगर आपको HVAC का सर्टिफिकेट लेना उसकी भी फ़ीस है, क्रिमिनल रैकेट की भी फ़ीस है, इंश्योरेंस प्रीमियम भी आपका बढ़ सकता है। तो ये जो मेन सारे तो ये है फाइनेंशियल इम्पैक्ट। और दूसरा जो है अभी तक ये जो चीज़ है ये आपको हर रिन्यूअल के टाइम पे भी करनी पड़ेगी, इट्स नॉट वन टाइम। I moved to Brampton in 2006. It's been 17 years. Seen a big changes, big flood of new migrants and students came to this city. City was not prepared at all to cope with that growth of the city. They just get the money, take the benefit of this new growth, but in return, they didn't implement anything to control the growth. So, result of that, we're seeing now overcrowded, things are out of control, and city failed to do anything about it. ਜ਼ਿਕਰਯੋਗ ਹੈ ਕਿ ਰੈਂਟਲ ਲਾਇਸੈਂਸ ਲੈਣ ਵਾਲਿਆਂ ਨੂੰ ਬਿਜ਼ਨਸ ਲਾਇਸੈਂਸ ਦਿੱਤਾ ਜਾਏਗਾ, ਜੋ ਪਟੀਸ਼ਨਕਾਰ ਰਵੀ ਸੋਹਲ ਮੁਤਾਬਿਕ ਇੱਕ ਰੈਜ਼ੀਡੈਂਸ਼ੀਅਲ ਯੂਨਿਟ ਤੇ ਵਾਜਿਬ ਨਹੀਂ ਹੈ, ਅਤੇ ਇਹ ਵੀ ਕਿ ਇਸ ਨਾਲ ਸੰਬੰਧਿਤ ਬਰੈਂਪਟਨ ਵਾਸੀਆਂ ਦੀ ਪ੍ਰਾਈਵੇਸੀ ਦੀ ਸੁਰੱਖਿਆ ਨਹੀਂ ਰਹੇਗੀ। ਇਹਦੀ ਲੈਜਿਟਮੇਸੀ ਦੇ ਉੱਤੇ ਕਾਫੀ ਜ਼ਿਆਦਾ ਕੁਐਸਚਨਸ ਉੱਠ ਰਹੇ ਨੇ, ਰਾਈਟ। ਪਹਿਲਾ ਇਹਦਾ ਕੁਐਸਚਨਸ ਇਹ ਹੈ ਕਿ ਸਿਟੀ ਕੋ ਕੀ ਕੈਪੈਸਿਟੀ ਹੈ। ਸਿਟੀ RRL ਨੂੰ ਕਹਿ ਰਿਹਾ ਕਿ ਇਹਦੇ ਲਈ ਇੱਕ ਰੈਜ਼ੀਡੈਂਸ਼ੀਅਲ ਬਿਜ਼ਨਸ ਲਾਇਸੈਂਸ ਇਸ਼ੂ ਕਰੇਗੀ। ਅਗਰ ਅਸੀਂ ਮਿਊਨਿਸਪੈਲਿਟੀ ਐਕਟ 2001 ਨੂੰ ਅਸੀਂ ਫੋਲੋ ਕਰਦੇ ਹਾਂ ਔਰ ਇਹਦੀ ਡੈਫੀਨੇਸ਼ਨ ਅਸੀਂ ਸੈਕਸ਼ਨ 150 ਨੂੰ ਦੇਖਦੇ ਹਾਂ, ਉਹਦੇ ਵਿੱਚ ਕਲੀਅਰਲੀ ਲਿਖਿਆ ਹੈ, ਉਹਦੇ ਵਿੱਚ ਟ੍ਰੇਡਸ ਨੇ, ਐਗਜ਼ੀਬਿਸ਼ਨਸ ਨੇ ਔਰ ਕੰਸਰਟਸ ਨੇ, ਠੀਕ ਹੈ, ਸੇਲ ਪਰਚੇਜ਼ ਹੈ, ਬਟ ਉਹਦੇ ਵਿੱਚ ਕੋਈ ਵੀ ਰੈਂਟਲ ਯੂਨਿਟ ਬਾਰੇ ਮੈਂਸ਼ਨ ਨਹੀਂ ਕੀਤਾ ਹੋਇਆ, ਰੈਂਟਲ ਯੂਨਿਟ ਨੂੰ ਇਨਕਲੂਡ ਨਹੀਂ ਕੀਤਾ ਹੋਇਆ। ਇਹ ਇਸ ਕਰਕੇ ਕਿਸੇ ਮਿਊਨਿਸਪੈਲਿਟੀ ਨੂੰ ਇਹ ਪਰਮਿਸ਼ਨ ਹੀ ਨਹੀਂ ਦਿੰਦੀ ਕਿ ਜਿਹਦੇ ਨਾਲ ਉਹ ਇੱਕ ਬਿਜ਼ਨਸ ਲਾइसेंस इशू कर सके कि एज ए रेजिडेंशियल रेंटल यूनिट नो। एक फैक्टर है कि जब हम इंश्योरेंस लेते हैं, होम इंश्योरेंस, तो वो पूछते हैं कि देयर इज एनी बिजनेस एक्टिविटी इन योर होम, तो वहाँ पे हम मना नहीं कर सकते, क्योंकि जब हमारे पास लाइसेंस होगा, दैट्स ए रेंटल बिजनेस लाइसेंस, तो हमें ये बताना पड़ेगा। जब ये हम बताएंगे दैट माइट ओपन द वेरियस डिफरेंट स्ट्रीम्स कि भाई इंश्योरेंस चेंज भी हो सकता है, इंश्योरेंस डिनाई भी हो सकता है, इंश्योरेंस बहुत हाई भी हो सकता है। ਗੌਰਤਲਬ ਹੈ ਕਿ ਇਸ ਸਭ ਮਸਲੇ ਬਾਬਤ ਅਸੀਂ ਸਿਟੀ ਤੱਕ ਪਹੁੰਚ ਕੀਤੀ। ਡੈਪੂਟੀ ਮੇਅਰ ਅਤੇ ਸਿਟੀ ਕਾਉਂਸਲਰ ਹਰਕੀਰਤ ਸਿੰਘ ਮੁਤਾਬਿਕ ਇਹ ਪ੍ਰੋਜੈਕਟ ਕੁਝ ਖਾਸ ਵਾਰਡਸ ਵਿੱਚ ਲਾਗੂ ਕੀਤੇ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਵਾਰਡਸ ਦੇ ਕਾਉਂਸਲਰਸ ਨੇ ਇਸ ਦੀ ਸਹਿਮਤੀ ਭਰੀ, ਜਦੋਂ ਕਿ ਦੂਸਰਿਆਂ ਨੇ ਇਸ ਵਿੱਚੋਂ ਆਪਟ ਆਊਟ ਕੀਤਾ।
ਜਿਹੜੇ ਇਹ ਵਾਰਡਸ ਦੇ ਵਿੱਚ ਲਾਗੂ ਕੀਤਾ ਪ੍ਰੋਗਰਾਮ, ਉੱਥੇ ਕਾਫੀ ਲੰਬੇ ਸਮੇਂ ਤੋਂ ਰੈਜ਼ੀਡੈਂਟਸ ਕੰਪਲੇਨ ਕਰਦੇ ਸੀਗੇ ਕਿ ਜਿਹੜੇ ਰੈਂਟਲ ਪ੍ਰਾਪਰਟੀਜ਼ ਆ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜੇ ਟੈਨੈਂਟਸ ਆ ਜਾਂ ਲੈਂਡਲੋਰਡਸ ਆ ਚੰਗੀ ਤਰ੍ਹਾਂ ਟੇਕ ਕੇਅਰ ਨਹੀਂ ਕਰਦੇ। ਅਤੇ ਆਪਾਂ ਇਨਫੋਰਸਮੈਂਟ ਕਾਫੀ ਚਿਰ ਤੋਂ ਟਰਾਈ ਕੀਤੀ ਆ, ਆਪਾਂ ਹੋਰ ਵੀ ਟੂਲਸ ਵਰਤੇ ਆ, ਪਰ ਉਹਦੇ ਵਿੱਚ ਬਾਹਲਾ ਫਰਕ ਨਹੀਂ ਪਿਆ। ਸੋ ਇਸ ਕਰਕੇ ਜਿਹੜਾ ਪਾਇਲਟ ਪ੍ਰੋਜੈਕਟ ਆ ਇਹ ਉਹ ਕਾਉਂਸਲਰਸ ਨੇ ਖਾਸ ਕਰਕੇ ਇਹ ਲਾਗੂ ਕੀਤਾ ਆ। ਸੋ ਆਪਾਂ ਜਿਹੜੀ ਸਾਡੀ ਕਮਿਊਨਿਟੀ ਆ ਉੱਥੇ ਉਹ ਬੈਟਰ ਬਣਾ ਸਕਦੇ ਹਾਂ। ਉਹ ਕੋਈ ਫਾਈਨ ਨਥਿੰਗ ਹਾਲੇ ਕਈ ਮਹੀਨੇ ਲੱਗੂਗੇ। ਉਹਦੇ ਤੇ ਵਿੱਚ ਥੋੜ੍ਹੇ ਜਿਹੇ ਰਿਵੀਜ਼ਨ ਸੀਗੇ ਅਤੇ ਉਹ ਜਿਹੜੀ ਫਾਈਨਲ ਪੈਨਲਟੀ ਜਿਹੜੇ ਉਹ ਕਿੰਨੀ ਪੈਨਲਟੀ ਆ ਫॉर ਵਿਚ ਵਾਇਓਲੇਸ਼ਨ ਉਹ ਮੁੜ ਕੇ ਵੈਬਸਾਈਟ 'ਤੇ ਲਾ ਕੇ ਆਓਗੇ। ਬਟ ਦੈਟਸ ਵਾਟ ਆਈ ਮੀਨ। ਹੁਣ ਰਿਵੀਜ਼ਨਸ ਹੋ ਗਏ ਅਤੇ ਜੇ ਤੁਸੀਂ ਹੁਣ ਰਜਿਸਟਰ ਕਰਦੇ ਆ ਫਰਮ ਜਨਵਰੀ ਟੂ ਮਾਰਚ ਤੁਹਾਨੂੰ $300 ਵੀ ਨਹੀਂ ਦੇਣਾ ਪੈਣਾ, ਰਾਈਟ। ਸੋ ਆਪਾਂ ਵੀ ਅਲਾਉ ਕਰ ਰਹੇ ਹਾਂ ਪਬਲਿਕ ਨੂੰ ਰਜਿਸਟਰ ਕਰਨ ਨੂੰ ਫੋਰ ਫਰੀ, ਅਤੇ ਸਾਨੂੰ ਵੀ ਫੀਡਬੈਕ ਮਿਲ ਰਹੀ ਆ ਫੋਰ ਵਿਚ ਆਪਾਂ ਚੇਂਜਸ ਲਾ ਕੇ ਆਉਣੇ ਆ ਰਾਈਟ ਅਵੇ। ਤੇ ਤੁਹਾਨੂੰ ਲੱਗਦਾ ਵੀ ਇਹ ਰਿਵੋਕ ਹੋ ਸਕਦਾ ਪਾਇਲਟ ਪ੍ਰੋਜੈਕਟ? 2 ਸਾਲ ਦਾ ਪਾਇਲਟ ਪ੍ਰੋਜੈਕਟ ਆ। ਆਈ ਡੋਂਟ ਥਿੰਕ ਜਿਹੜੇ ਏਰੀਆ ਦੇ ਉਹ ਇਸ ਏਰੀਆ ਦੇ ਕਾਉਂਸਲਰ ਦਾ ਕਰਕੇ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਆ ਕਿ ਉਹ ਤਿਆਰ ਆ ਰਿਵੋਕ ਕਰਨ ਨੂੰ, ਉਹ ਤਿਆਰ ਆ ਇਹਨੂੰ ਈਜ਼ੀਅਰ ਬਣਾਉਣੇ ਨੂੰ ਅਤੇ ਐਫੀਸ਼ੀਐਂਟ ਬਣਾਉਣੇ ਨੂੰ, ਅਤੇ ਇਸ ਕਰਕੇ ਉਹ ਸੁਣ ਵੀ ਰਿਹਾ। ਬਟ ਮੈਨੂੰ ਨਹੀਂ ਲੱਗਦਾ ਕਿ ਇਹ 2 ਸਾਲਾਂ ਬਿਫੋਰ 2 years ਕਿ ਇਹ ਜਿਹੜਾ ਪਾਲਿਸੀ ਆ ਇਹ ਵਿਦਡਰਾ ਹੋ ਸਕਦੀ, ਮੈਨੂੰ ਨਹੀਂ ਲੱਗਦਾ। ਡੈਪੂਟੀ ਮੇਅਰ ਦਾ ਕਹਿਣਾ ਹੈ ਕਿ ਇਸ ਪਾਇਲਟ ਪ੍ਰੋਜੈਕਟ ਦੇ ਸੰਬੰਧ ਵਿੱਚ ਪਹਿਲਾਂ ਹੀ ਕਈ ਬਦਲਾਵ ਉਹਨਾਂ ਦੀ ਵੈਬਸਾਈਟ ਤੇ ਕੀਤੇ ਜਾ ਚੁੱਕੇ ਨੇ ਤੇ ਕਿਸੇ ਵੀ ਮਸ਼ਵਰੇ ਮੁਤਲਕ ਤੁਸੀਂ ਉਹਨਾਂ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ। ਲਵੀਨ ਗਿੱਲ, ਆਮਨੀ ਨਿਊਜ਼।